स्वागत करते हैं जी एक बार फिर तो तुहाडा सारिਆਂ ਦਾ प्रोग्राम प्राइम डिस्कशन विद जतिंदर पन्नू विच मैं हाँ नवजीत। हर रोज़ की तरह खबरों ते चर्चा करने लिए सीनियर पत्रकार जतिंदर पन्नू जी मेरे नाल ने। सब तो पहला उन्होंने स्वागत करते हैं। पन्नू साहब बहुत बहुत स्वागत जी। पन्नू साहब, आम आदमी पार्टी ने दोष लगाया बीबा हरसिमरत कौर बादल ते कि उन्होंने चोण निशान तकड़ी की तुलना बाबे नानक की तकड़ी नाल कीती है। किन्ने क गंभीर दोष ने ये? नवजीत जी, मैं वो वीडियो वेखी आ, सारे शब्द ध्यान नाल सुने जी। बीबी जी का सुभाव बोलण लग्या वाधा घाटा कर जाती है। ਇਹਦੇ ਵਿੱਚ ਵੀ ਉਹਨੂੰ ਪਹਿਲੀ ਗੱਲ ਤਾਂ ਇਹ ਕਿ ਡੈਮੋਕ੍ਰੇਸੀ ਦੇ ਵਿੱਚ ਜਦੋਂ ਹਿੰਦੁਸਤਾਨ ਦਾ ਚੋਣ ਪ੍ਰਬੰਧ ਕਹਿੰਦਾ, ਚੋਣ ਨਿਯਮ ਇਹ ਕਹਿੰਦੇ ਆ ਕਿ ਤੁਸੀਂ ਧਰਮ ਦੀ ਵਰਤੋਂ ਨਾ ਕਰੋ, ਤੇ ਇਹੋ ਜਿਹੀ ਗੱਲ ਕਹਿਣੀ ਨਹੀਂ ਸੀ ਚਾਹੀਦੀ ਜੀ। ਇਸ ਤਕੜੀ ਨੂੰ ਆਪਣੇ ਚੋਣ ਨਿਸ਼ਾਨ ਨੂੰ, ਰਾਜਨੀਤਿਕ ਚੋਣ ਨਿਸ਼ਾਨ ਨੂੰ ਗੁਰੂ ਨਾਨਕ ਸਾਹਿਬ ਦੀ ਤਕੜੀ ਕਹਿ ਕੇ ਇਹ ਅੱਗੇ ਵੀ ਵਡਿਆਉਂਦੇ ਆ। ਇਹ ਤਕੜੀ ਬਾਬੇ ਨਾਨਕ ਵਾਲੀ ਤਕੜੀ ਆ ਨਾ ਕਹਿੰਦੀ। ਹੁਣ ਇਹਨੇ ਇਹ ਤੋਂ ਵੀ ਅੱਗੇ ਜਾ ਕੇ ਕਹਿਤਾ ਕਿ ਇਹ ਤਕੜੀ ਦੀ ਅਹਿਮੀਅਤ ਉਹ ਤੋਂ ਵੀ ਵੱਧ ਆ ਤੇ ਅਸੀਂ ਤੇ ਇੰਨੇ ਗੁਣਾ ਕਰਕੇ ਮੁੜਾਂਗੇ। ਜਿੱਦਾਂ ਨੇ ਕੀਤਾ, ਪਹਿਲੀ ਗੱਲ ਤਾਂ ਇਹ ਕਿ ਇਸ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿਣਾ, ਪ੍ਰਚਾਰਨਾ, ਉਹਦੇ ਬਰਾਬਰ ਤੁਲਨਾ, ਇਹ ਸਾਰਾ ਕੁਝ ਗਲਤ ਹੈ ਜੀ। ਦੂਜਾ ਇਹ ਕਿ ਬਿਮਾਰੀ ਅੱਜ ਦੀ ਨਹੀਂ। ਅਸੀਂ ਲੋਕ ਛੋਟੇ ਹੁੰਦੇ ਸਾਂ, ਉਦੋਂ ਅਕਾਲੀ ਦਲ ਦਾ ਚੋਣ ਨਿਸ਼ਾਨ ਪੰਜਾ ਹੁੰਦਾ ਸੀ, ਜਿਹੜਾ ਹੁਣ ਕਾਂਗਰਸ ਕੋਲ ਹੈ, ਤੇ ਕਾਂਗਰਸ ਦੇ ਕੋਲ ਦੋ ਬਲਦਾਂ ਦੀ ਜੋੜੀ ਹੁੰਦੀ ਸੀ। ਇਹ ਅਕਾਲੀ ਉਸ ਵਕਤ ਪੰਜੇ ਨੂੰ ਗੁਰੂ ਨਾਨਕ ਸਾਹਿਬ ਦਾ ਪੰਜਾ ਕਹਿ ਕੇ ਪਿੰਡਾਂ 'ਚ ਪ੍ਰਚਾਰਦੇ ਹੁੰਦੇ ਸੀ, ਔਰ ਲੋਕੀ ਭਾਵੁਕ ਹੋਏ, ਜਜ਼ਬਾਤੀ ਹੋਏ, ਇਸ ਨਿਸ਼ਾਨ ਨੂੰ ਮੱਥੇ ਟੇਕੀ ਜਾਂਦੇ ਹੁੰਦੇ ਸੀ। ਜਦੋਂ ਇਹੋ ਪੰਜਾ 1980 'ਚ ਇੰਦਰਾ ਗਾਂਧੀ ਨੂੰ ਮਿਲ ਗਿਆ, ਇਹਨਾਂ ਅਕਾਲੀਆਂ ਨੇ ਕਹਿਣਾ ਸ਼ੁਰੂ ਕਰਤਾ ਪੰਜਾ ਨਹੀਂ ਜੀ, ਇਹ ਤਾਂ ਥੱਪੜ ਹੈ। ਤੁਹਾਡੇ ਕੋਲ ਹੋਵੇ ਤਾਂ ਬਾਬੇ ਨਾਨਕ ਦਾ ਪੰਜਾ ਉਹਨਾਂ ਕੋਲ ਚਲ ਜਾਵੇ, ਉਹੀ ਨਿਸ਼ਾਨ ਤੇ ਉਹ ਥੱਪੜ ਬਣ ਜਾਂਦਾ। ਇਹ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ। ਦੂਜੀ ਗੱਲ ਕਿ ਇਹਨਾਂ 'ਚੋਂ ਸਿਆਸੀ ਲੀਡਰਾਂ 'ਚੋਂ ਅਕਾਲੀ ਹੋਣ, ਕਾਂਗਰਸੀ ਹੋਣ, ਇਹਨਾਂ ਗੱਲਾਂ ਬਾਰੇ ਸੁਚੇਤ ਕੌਣ ਹੈ? ਕਾਂਗਰਸੀਆਂ ਵਿੱਚੋਂ ਨਵਜੋਤ ਸਿੱਧੂ ਹੈ, ਉਹ ਵੀ ਕਦੇ ਕਦੇ ਇੱਦਾਂ ਦੀਆਂ ਕੁਤਾਹੀਆਂ ਕਰ ਜਾਂਦਾ। ਕੱਲ੍ਹ ਉਹ ਇੱਕ ਹੋਰ ਵਿਵਾਦ 'ਚ ਫਸ ਗਿਆ। ਜ਼ੀਰਕਪੁਰ ਦੇ ਲਾਗੇ ਇੱਕ ਢਾਬੇ 'ਤੇ ਚਲਾ ਗਿਆ, ਜਿਹੜੇ ਢਾਬੇ ਵਾਲਿਆਂ ਦੇ ਖਿਲਾਫ ਆ 4 ਕੁ ਮਹੀਨੇ ਪਹਿਲਾਂ, ਸ਼ਾਇਦ ਅਗਸਤ ਦੀ ਗੱਲ ਹੈ, ਗੁਰਬਾਣੀ ਦੇ ਇੱਕ ਸ਼ਬਦ ਦੇ ਉੱਤੇ ਕੁੜੀਆਂ ਤੋਂ ਨਾਚ ਨਚਾਉਣ ਦਾ ਕੇਸ ਦਰਜ ਹੋਇਆ ਸੀ ਜੀ। ਬੇਅਦਬੀ ਦਾ ਕੇਸ ਸੀ। ਕੁਝ ਲੋਕਾਂ ਨੇ ਉਹ ਵੀ ਮੁੱਦਾ ਚੁੱਕਿਆ। ਹੁਣ ਨਵਜੋਤ ਸਿੰਘ ਸਿੱਧੂ ਇਹ ਤਾਂ ਨਹੀਂ ਕਹਿ ਸਕਦਾ ਕਿ ਉਹਨੂੰ ਪਤਾ ਨਹੀਂ। ਜਿਹੜੀ ਗੱਲ ਦਾ ਸਾਰੇ ਪੰਜਾਬ 'ਚ ਰੌਲਾ ਪਿਆ, ਉਹਦੇ ਨੇ ਮਾਫੀ ਮੰਗੀ। ਉਹ ਬੰਦਾ ਕਲਾਕਾਰਾਂ ਦੇ ਵਿੱਚ ਜਾਣਿਆ ਪਛਾਣਿਆ, ਉਹਦੇ ਬਾਰੇ ਸਿੱਧੂ ਨੂੰ ਪਤਾ ਹੋਣਾ ਚਾਹੀਦਾ ਸੀ। ਇੱਦਾਂ ਦੀਆਂ ਗਲਤੀਆਂ ਕਈ ਹੋਰ ਲੋਕਾਂ ਨੇ ਵੀ ਕੀਤੀਆਂ, ਅਗਾਂਹ ਵੀ ਕਰਨਗੇ। ਚੋਣਾਂ ਦੇ ਵਿੱਚ ਮੈਂ ਇਹਨਾਂ ਸਾਰਿਆਂ ਨੂੰ ਕਹੂੰਗਾ ਸੰਭਲ ਕੇ ਚਲੋ। ਹੁਣ ਗਲਤੀਆਂ ਦੀ ਗੱਲ ਚੱਲੀ, ਮੈਂ ਇੱਕ ਹੋਰ ਤੁਹਾਨੂੰ ਦੱਸ ਦੇਣਾ। ਜੀ ਜੀ। ਸੰਗਰੂਰ ਜ਼ਿਲ੍ਹੇ 'ਚੋਂ ਅੱਜ ਇੱਕ ਖਬਰ ਆ ਗਈ ਹੈ ਕਿ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਨੂੰ ਗ੍ਰਾਂਟ ਦਿੱਤੀ ਗਈ ਵਿਕਾਸ ਵਾਸਤੇ, ਤੇ ਜਿਹੜਾ ਪੱਥਰ ਲਾਇਆ ਗਿਆ ਉਹਦੇ ਉੱਤੇ ਲਿਖਤਾ SC ਗੁਰਦੁਆਰਾ, ਸ਼ਡਿਊਲਡ ਕਾਸਟ ਗੁਰਦੁਆਰਾ। ਗੁਰੂ ਸਾਹਿਬ ਨੇ ਤੇ ਜਾਤਾਂ ਪਾਤਾਂ ਦਾ ਖੰਡਨ ਕੀਤਾ ਸੀ। ਇਹ ਜਾਤਾਂ ਪਾਤਾਂ ਅੱਜ ਵੀ ਸਾਡੇ ਸਿਰ ਦੇ ਉੱਤੇ ਉਸੇ ਤਰ੍ਹਾਂ ਸਵਾਰ ਨੇ। ਅਜੇ ਵੀ ਜਿਨ੍ਹਾਂ ਨੂੰ ਇਹ ਵਹਿਮ ਆ ਅਸੀਂ ਉੱਚੀ ਜਾਤ ਵਾਲੇ ਆ, ਉਹ ਦੂਸਰਿਆਂ ਨੂੰ ਨੀਵੀਂ ਜਾਤ ਸਮਝੀ ਬੈਠੇ ਜੀ। ਇਹ ਜਿਹੜਾ ਉਹਨਾਂ ਨੂੰ ਨੀਵੀਂ ਜਾਤ ਸਮਝਣਾ, ਕਾਨੂੰਨ ਮੁਤਾਬਕ ਜੇ ਉਹਨਾਂ ਨੂੰ ਸ਼ਡਿਊਲਡ ਕਾਸਟ ਕਹਿ ਦਿੱਤਾ ਗਿਆ, ਉਹਨਾਂ ਦੇ ਗੁਰਦੁਆਰੇ ਨੂੰ ਗ੍ਰਾਂਟ ਦੇਣ ਲੱਗਿਆ ਵੀ ਉੱਤੇ ਇਹ ਲਿਖਣਾ ਕਿਉਂ ਜ਼ਰੂਰੀ ਹੈ SC ਗੁਰਦੁਆਰਾ। ਜਿਹਨੇ ਲਿਖਿਆ ਉਹਨੇ ਗਲਤ ਕੀਤਾ। ਜਿਹਨੇ ਜਾ ਕੇ ਪਰਦਾ ਚੁੱਕਿਆ ਉਸ ਪੱਥਰ ਤੋਂ, ਉਹਨੂੰ ਖੜੇ ਪੈਰੇ ਦਾ ਇਤਰਾਜ਼ ਦਰਜ ਕਰਾਉਣਾ ਚਾਹੀਦਾ ਸੀ, ਔਰ ਉਹਦੇ ਤੋਂ ਪੱਥਰ ਤੋਂ ਮਿਟਵਾਉਣਾ ਚਾਹੀਦਾ ਸੀ। ਉਦੋਂ ਉਹਦੇ ਉੱਤੇ ਕਾਲੀਆਂ ਟੇਪਾਂ ਲਵਾਉਣੀਆਂ ਚਾਹੀਦੀਆਂ ਸੀ, ਉਹਨੇ ਥਾਂ 'ਤੇ ਨਹੀਂ ਲਵਾਈਆਂ। ਕੱਲ੍ਹ ਨੂੰ ਕੇਸ ਉੱਤੇ ਵੀ ਬਣ ਸਕਦਾ। ਇਹਨਾਂ ਮਾਮਲਿਆਂ 'ਚ ਕਾਂਗਰਸੀ ਹੋਵੇ, ਅਕਾਲੀ ਹੋਵੇ, ਕੋਈ ਵੀ ਹੋਵੇ, ਮੇਰਾ ਖਿਆਲ ਜਿਹੜੇ ਵਿਧਾਇਕ ਦਾ ਨਾਂ ਲੱਗਦਾ ਉਹ ਸ਼ਾਇਦ ਕਾਂਗਰਸ ਪਾਰਟੀ ਨਾਲ ਆ, ਜਿਹਦੇ ਕੋਟੇ 'ਚੋਂ ਗ੍ਰਾਂਟ ਗਈ ਆ ਜੀ। ਹੁਣ ਪੱਥਰ 'ਤੇ ਉਹਨੇ ਵਿਧਾਇਕ ਨੇ ਨਹੀਂ ਲਵਾਇਆ ਹੋਊਗਾ, ਜੇ ਲਵਾਉਂਦਾ ਤਾਂ ਸਾਰੇ ਇਲਾਕੇ ਦੇ ਵਿੱਚ ਹੀ SC ਗੁਰਦੁਆਰੇ ਲਵਾ ਦਿੰਦਾ। ਸਿਰਫ ਇੱਕ ਥਾਂ 'ਤੇ ਲੱਗਾ, ਇਹਦਾ ਮਤਲਬ ਹੇਠਲੇ ਪੱਧਰ 'ਤੇ ਕੁਝ ਬੰਦਿਆਂ ਤੋਂ ਇਹ ਗਲਤੀ ਹੋਈ ਆ। ਜਿਨ੍ਹਾਂ ਤੋਂ ਹੋਈ ਉਹਨਾਂ ਨੂੰ ਮਰਨਾ ਚਾਹੀਦਾ ਕਿ ਅਸੀਂ ਗਲਤ ਕੰਮ ਕਰ ਬੈਠੇ ਹਾਂ,
ਅੱਗੇ ਤੋਂ ਸਾਰੇ ਲੀਡਰਾਂ ਨੂੰ ਘੱਟੋ ਘੱਟ ਧਾਰਮਿਕ ਮਾਮਲਿਆਂ 'ਚ, ਜਾਤ ਪਾਤ ਦੇ ਮਾਮਲਿਆਂ 'ਚ, ਰੰਗ ਭੇਦ ਦੇ ਮਾਮਲਿਆਂ 'ਚ ਸੰਭਲ ਕੇ ਚੱਲਣਾ ਚਾਹੀਦਾ, ਨਹੀਂ ਤੇ ਚੋਣਾਂ ਦੇ ਦਿਨ ਕਿਤੇ ਵੀ ਛੋਟੀ ਜਿਹੀ ਕੁਤਾਹੀ ਤੁਹਾਨੂੰ ਮਹਿੰਗੀ ਬਹੁਤ ਪੈ ਸਕਦੀ। ਜੀ ਪੰਨੂ ਸਾਹਿਬ, ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਦੇ ਚਿਹਰੇ ਤੋਂ ਬਗੈਰ ਚੋਣਾਂ ਲੜਾਂਗੇ। ਇਸ ਗੱਲ ਦਾ ਕੀ ਮਤਲਬ ਨਿਕਲਦਾ ਹੈ? ਮਤਲਬ ਤਾਂ ਸਾਰਿਆਂ ਨੂੰ ਹੀ ਪਤਾ ਕਿ ਕਾਂਗਰਸ ਪਾਰਟੀ 'ਚ ਇਸ ਵੇਲੇ ਇੱਕ ਸੁਰਤਾ ਹੈ ਨਹੀਂ, ਨਾ ਇੱਕ ਸੁਰਿਆ ਨਾ ਇੱਕ ਸਿਰਿਆ। ਪਾਰਟੀ ਦੇ ਅੰਦਰ ਦੋ ਮੁੱਖ ਚਿਹਰੇ ਪੰਜਾਬ 'ਚ ਚੱਲਦੇ। ਇੱਕ ਜਣਾ ਤਾਂ ਰੈਲੀਆਂ ਤੇ ਜਲਸਿਆਂ ਦੇ ਵਿੱਚ ਆਪਣੀਆਂ ਤਕਰੀਰਾਂ ਨਾਲ ਧੂਆਂ ਕੱਢੀ ਜਾਂਦਾ, ਬੋਲਦਾ ਤੇ ਆਪਣੀ ਪਾਰਟੀ ਦਾ ਨਾਂ ਹੀ ਨਹੀਂ ਲੈਂਦਾ, ਆਪਣੀ ਸਰਕਾਰ ਦਾ ਨਾਂ ਨਹੀਂ ਲਈ ਜਾਂਦਾ, ਇੱਕੋ ਗੱਲ ਕਹੀ ਜਾਂਦਾ, ਤੁਹਾਡੇ ਨਾਲ ਨਵਜੋਤ ਸਿੰਘ ਸਿੱਧੂ ਦਾ ਵਾਅਦਾ ਹੈ, ਨਵਜੋਤ ਸਿੰਘ ਸਿੱਧੂ ਆਹ ਕਰ ਦੂ। ਜੇ ਕਿਤੇ ਨਵਜੋਤ ਸਿੰਘ ਸਿੱਧੂ ਕਹਿੰਦਾ ਥੱਕ ਜਾਵੇ ਤੇ ਫਿਰ ਵਿੱਚੋਂ ਇੱਕ ਅੱਧੀ ਵਾਰੀ ਕਹਿ ਦਿੰਦਾ ਭਗਵੰਤ ਸਿੰਘ ਸਿੱਧੂ ਦਾ ਪੋਤਾ ਕਰ ਦੂ, ਆਪਣੀ ਸਰਕਾਰ ਦਾ ਨਾਂ ਹੀ ਲੈਂਦਾ। ਦੂਸਰੇ ਪਾਸੇ ਮੁੱਖ ਮੰਤਰੀ ਹੈ ਚਰਨਜੀਤ ਸਿੰਘ ਚੰਨੀ, ਉਹ ਹੋਰ ਕੋਈ ਗੱਲ ਕਰਨ ਦੀ ਬਜਾਏ ਇਹੋ ਹੀ ਕਰੀ ਜਾਂਦਾ, ਮੈਂ ਗੁੱਲੀ ਡੰਡਾ ਖੇਡਦਾ ਰਿਹਾ, ਮੈਂ ਮੰਜੇ ਉਣਦਾ ਰਿਹਾ, ਹੁਣ ਕੱਲ ਬੱਸ ਚਲਾ ਕੇ ਵਿਖਾਤੀ, ਅਗਲੇ 5-6 ਦਿਨ ਇਹੋ ਆਖੂਗਾ ਮੈਂ ਤਾਂ ਬੱਸਾਂ ਵੀ ਚਲਾ ਲੈਣਾ, ਤੁਸੀਂ ਵੇਖ ਹੀ ਲਿਆ ਨਾ ਮੈਂ ਚਲਾਈ ਸੀ ਜੀ। ਇਹ ਕਿਹੜਾ ਕੰਮਾਂ 'ਚੋਂ ਕੰਮ ਹੈ? ਅਸੀਂ ਲੋਕ ਪਿੰਡਾਂ 'ਚੋਂ ਆਏ ਹਾਂ, ਕੱਚੇ ਕੋਠਿਆਂ 'ਚੋਂ। ਆ ਡਬਲ ਬੈੱਡ ਨਹੀਂ ਸੀ ਉਦੋਂ ਹੁੰਦੇ, ਛੱਤਾਂ 'ਤੇ ਵੀ ਲੈਂਟਰ ਨਹੀਂ ਸੀ ਹੁੰਦੇ, ਬਾਲੇ ਕੜੀਆਂ ਹੁੰਦੀਆਂ ਸੀ ਤੇ ਚੋਆ ਵੀ ਮਾਰਨਾ ਪੈਂਦਾ ਸੀ। ਘਰਾਂ ਦੇ ਵਿੱਚ ਹੀਆਂ ਤੇ ਸੇਰੂ ਲਾ ਕੇ ਤੇ ਪਾਵੇ ਲਾ ਕੇ ਮੰਜੇ ਬਣਦੇ ਸੀ ਤੇ ਸਣ ਦਾ ਵਾਣ ਵੱਟ ਕੇ ਤੇ ਉਹਨਾਂ ਵਾਣ ਦੇ ਨਾਲ ਮੰਜੇ ਉਣੇ ਜਾਂਦੇ ਸੀ। ਉਹ ਕਹਿੰਦਾ ਮੈਂ ਮੰਜੇ ਬੁਣਦਾ ਰਿਹਾ, ਇਹ ਕੋਈ ਖਾਸ ਗੱਲ ਹੈ? ਤੂੰ ਜ਼ਿਆਦਾ ਕੀਤਾ, ਇਹ ਤਾਂ ਮੈਂ ਵੀ ਕੀਤਾ। ਜਤਿੰਦਰ ਪੰਨੂ ਨੇ ਵੀ ਮੰਜੇ ਉਣੇ ਆ, ਅਸੀਂ ਘਰਾਂ 'ਚ, ਮੈਂ ਇਕੱਲੇ ਨਹੀਂ ਹੋਣੇ, ਸਾਡੇ ਪਿੰਡ ਦੇ ਸਾਰੇ ਲੋਕ ਬੁਣਦੇ ਜੀ। ਮੇਰੀ ਦਾਦੀ ਨਾਨੀ ਵੀ ਬੁਣਦੀਆਂ ਸੀ, ਮੇਰੀ ਮਾਂ ਵੀ ਬੁਣ ਲੈਂਦੀ ਸੀ, ਕਿਹੜੀ ਗੱਲ ਸੀ, ਸਾਰਿਆਂ ਨੂੰ ਪਤਾ, ਇਹ ਕੋਈ ਖਾਸ ਗੱਲ ਨਹੀਂ ਸੀ। ਇਹ ਜਿਹੜੀਆਂ ਗੱਲਾਂ ਇਹ ਆਖਣੀਆਂ ਕਿ ਮੈਂ ਆਹ ਕਰਦਾ ਰਿਹਾ, ਮੈਂ ਆਹ ਕਰਦਾ ਰਿਹਾ, ਉਹ ਸਾਰੀਆਂ ਗੱਲਾਂ ਸਾਰੇ ਲੋਕ ਕਰਦੇ ਰਹੇ। ਆ ਬੱਸ ਚਲਾਉਣੀ ਆ, ਇਹ ਕਿੱਡਾ ਕੁ ਵੱਡਾ ਕੰਮ ਹੈ ਜਿਹੜਾ ਕਰਕੇ ਕੱਲ ਪੰਜਾਬ ਦੇ ਲੋਕਾਂ ਨੂੰ ਵਿਖਾਇਆ। ਮੈਨੂੰ ਪੁੱਛੋ, ਮੈਂ 3 ਚੀਜ਼ਾਂ ਪਲੇਨ, ਟ੍ਰੇਨ ਤੇ ਕਰੇਨ ਇਹ ਨਹੀਂ ਚਲਾਈਆਂ, ਮੈਂ ਸਾਰੀਆਂ ਚਲਾਈਆਂ। ਮੈਂ ਬੱਸ ਵੀ ਟਰੱਕ ਵੀ ਚਲਾਇਆ, ਫਿਰ ਮੈਂ ਪੱਤਰਕਾਰੀ ਛੱਡ ਕੇ ਜਾ ਕੇ ਮੁੱਖ ਮੰਤਰੀ ਬਣ ਜਾ, ਉਹਨੂੰ ਕਹੋ ਮੇਰੀ ਥਾਂ 'ਤੇ ਆ ਕੇ ਬਹਿ ਜੇ। ਇਹਨਾਂ ਗੱਲਾਂ ਨੂੰ ਛੱਡ ਕੇ ਉਹ ਆਪਣੀ ਸਰਕਾਰ ਚਲਾਉਣ ਵੱਲ ਧਿਆਨ ਕਰੇ। ਇਹਨਾਂ ਦੋਵਾਂ ਦੇ ਚੱਕਰ ਵਿੱਚ ਫਸੀ ਕਾਂਗਰਸ ਪਾਰਟੀ, ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਲੀਡਰ ਇਹ ਹੈ ਕਿ ਸਾਡਾ ਲੀਡਰ ਉਹ। 5-6 ਲੀਡਰ ਬਾਹਰ ਬੈਠੇ ਨੇ, ਇਹਨਾਂ 'ਚੋਂ ਜੇ ਅਕਲ ਪੱਖੋਂ ਵੇਖਿਆ ਜਾਵੇ ਤਾਂ ਸਾਰਿਆਂ ਤੋਂ ਸਿਆਣਾ ਬੰਦਾ ਸੁਨੀਲ ਜਾਖੜ। ਉਹ ਹੁਣ ਇਹ ਰਾਏ ਦੇ ਰਿਹਾ ਕਿ ਤੁਸੀਂ ਇਸ ਚੱਕਰ 'ਚ ਨਾ ਪਓ ਕਿ ਕੋਈ ਮੁੱਖ ਮੰਤਰੀ ਦਾ ਚਿਹਰਾ ਵੀ ਹੋਵੇ। ਨਵਜੋਤ ਸਿੰਘ ਸਿੱਧੂ ਕਹਿੰਦਾ ਜੀ ਬਗੈਰ ਲਾੜੇ ਤੋਂ ਬਰਾਤ ਕਿੱਦਾਂ? ਉਹ ਇਹ ਮੁਹਾਵਰੇ ਦੇ ਤੌਰ 'ਤੇ ਲਫ਼ਜ਼ ਵਰਤੇ ਜਾ ਸਕਦੇ ਆ। ਡੈਮੋਕ੍ਰੇਸੀ ਕੋਈ ਬਰਾਤਾਂ ਵਾਲਾ ਮਾਮਲਾ ਨਹੀਂ ਹੁੰਦੀ। ਆ ਉੱਤਰ ਪ੍ਰਦੇਸ਼ ਦੇ ਵਿੱਚ ਬਗੈਰ ਲਾੜੇ ਤੋਂ ਨਾ ਬਰਾਤ ਜਿੱਤ ਲਈ, ਜਿਹੜੇ 4-5 ਜਣੇ ਲਾੜਾ ਬਣਨ ਤੋਂ ਲੜਦੇ ਸੀ ਉਹ ਸਾਰੇ ਪਾਸੇ ਕਰਕੇ ਯੋਗੀ ਆਦਿੱਤਿਆਨਾਥ ਉਹਨਾਂ ਤੋਂ ਜੂਨੀਅਰ ਸੀ ਜੀ। ਇਹ ਤਾਂ ਮੁਸਲਮਾਨਾਂ ਨੂੰ ਹਿੰਦੂ ਬਣਾ ਕੇ ਘਰ ਵਾਪਸੀ ਕਰਾਉਂਦਾ ਫਿਰਦਾ ਸੀ, ਉਹਨੂੰ ਲਿਆ ਕੇ ਮੁੱਖ ਮੰਤਰੀ ਬਣਾਤਾ। ਆ ਮਨੋਹਰ ਲਾਲ ਖੱਟਰ ਦੂਜੀ ਵਾਰੀ ਮੁੱਖ ਮੰਤਰੀ ਬਣ ਗਿਆ। 2014 'ਚ ਜਦੋਂ ਇਹਨੇ ਅਸੈਂਬਲੀ ਚੋਣ ਲੜੀ, ਇਹਨੂੰ ਨਾਲ ਦੇ ਹਲਕੇ ਦੇ ਵਿੱਚ ਕਿਸੇ ਨੇ ਨਹੀਂ ਸੱਦਿਆ ਕਿਉਂਕਿ ਲੀਡਰ ਨਹੀਂ ਸੀ ਹੁੰਦਾ। ਇਹ ਤਾਂ ਖਾਕੀ ਨਿੱਕਰ ਕਰਕੇ ਪਾ ਕੇ ਪਰੇਡ ਕਰਨ ਵਾਲਾ ਤੁਸੀਂ RSS ਦੇ ਵਰਕਰਾਂ 'ਚੋਂ ਜਿਹੜੇ 3-4 ਜਣੇ ਮੁੱਖ ਮੰਤਰੀ ਬਣਨ ਵਾਸਤੇ ਇੱਕ ਦੂਜੇ ਦੇ ਪੈਰ ਮਿੱਧਦੇ ਸੀ, ਉਹ ਪਾਸੇ ਰਹਿ ਗਏ। ਮੁੱਖ ਮੰਤਰੀ ਦਾ ਕੋਈ ਚਿਹਰਾ ਅਨਾਉਂਸ ਨਹੀਂ ਸੀ ਕੀਤਾ, ਇਹਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਹੁਣ ਵੀ ਭਾਜਪਾ ਕਹਿੰਦੇ ਅਸੀਂ ਪੰਜਾਬ 'ਚ ਰਾਜ ਕਰਨਾ, ਉਹਨਾਂ ਨੇ ਅਜੇ ਤੱਕ ਦੱਸਿਆ ਵੀ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ ਜੀ। ਜੇ ਉੱਥੇ ਬਗੈਰ ਲਾੜੇ ਤੋਂ ਕੰਮ ਚੱਲ ਸਕਦਾ, ਇੱਥੇ ਵੀ ਕੋਈ ਐਡੀ ਕੋਈ ਭੀੜ ਨਹੀਂ ਪਈ। ਤੁਸੀਂ ਕਹੋ ਜੀ ਅਸੀਂ ਇੱਕ ਯੂਨੀਫਾਈਡ ਕਮਾਂਡ, ਸੰਕਟ ਦਾ ਸਮਾਂ, ਨਰਿੰਦਰ ਮੋਦੀ ਕਹਿ ਰਿਹਾ ਕਿ ਮੈਂ ਭਾਰਤ ਨੂੰ ਕਾਂਗਰਸ ਮੁਕਤ ਭਾਰਤ ਬਣਾਉਣਾ। ਤੁਹਾਡੀ ਪਾਰਟੀ ਦੀ ਹੋਂਦ ਦਾਅ 'ਤੇ ਲੱਗੀ ਹੋਈ ਆ, ਤੁਹਾਡੇ ਪੱਲੇ ਕਿਰਿਆ ਗਿਆ, ਇੱਕ ਇੱਕ ਕਰਕੇ ਰਾਜ ਤੁਹਾਡੇ ਖੁੱਸਦੇ ਜਾਂਦੇ। ਹੁਣ ਤੁਹਾਡੇ ਕੋਲ ਇੱਕ ਪੰਜਾਬ ਹੈ, ਇੱਕ ਤੁਹਾਡੇ ਕੋਲ ਰਾਜਸਥਾਨ ਹੈ, ਇੱਕ ਛੱਤੀਸਗੜ੍ਹ ਹੈ, ਇੱਕ ਅੱਧਾ ਕਦੇ ਇੱਥੇ ਹੋਰ ਲੁਕਿਆ ਛਿਪਿਆ ਮਾੜਾ ਮੋਟਾ ਹੋਊਗਾ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ। ਤੁਹਾਡੇ ਪੱਲੇ ਕੀ ਹੈ? ਤੇ ਜੇ ਇਸ ਵਾਰੀ ਪੰਜਾਬ ਵੀ ਖੁੱਸ ਗਿਆ ਤੇ ਫਿਰ 2.5 ਟੌਂਟਰ ਹੋ ਜਾਣਗੇ, ਬਾਕੀ ਤੁਹਾਡੇ ਪੱਲੇ ਕੀ ਹੈ? ਜਦੋਂ ਪਾਰਟੀ ਦੀ ਹੋਂਦ ਦਾਅ 'ਤੇ ਲੱਗੀ ਹੈ,
ਉਦੋਂ ਤੁਸੀਂ ਯੂਨੀਫਾਈਡ ਕਮਾਂਡ ਬਣਾ ਕੇ ਲੜੋ, ਤੇ ਤੁਸੀਂ ਅਜੇ ਵੀ ਇੱਕੋ ਮੋਰਚੇ 'ਚ ਖਲੋ ਕੇ ਇੱਕ ਦੂਸਰੇ ਨਾਲ ਘਸੁੰਨ-ਮੁੱਕੀ ਹੋਣ ਡਏ ਆ। ਤੁਸੀਂ ਚੱਲ ਕਿੱਦਾਂ ਸਕਦੇ? ਜੇ ਤੁਸੀਂ ਇਸ ਤਰ੍ਹਾਂ ਹੀ ਆਪੋ 'ਚ ਜੁੰਡੀ ਹੁੰਦੇ, ਬਰਾਤੇ ਚੜ੍ਹੇ ਤੇ ਲਾੜੇ ਦੀ ਲੋੜ ਨਹੀਂ ਜੀ। ਹੋਇਆ ਵੀ ਤੇ ਉੱਥੇ ਰਾਹ 'ਚ ਜਾਂਦਿਆਂ ਤੁਸੀਂ ਇੱਕ ਦੂਜੇ ਦੇ ਸਿਰੇ ਖੋਹ ਦੇਣੇ ਆ। ਤੁਸੀਂ ਕੁਝ ਕਰਕੇ ਵਿਖਾਓ, ਲੋਕ ਤੁਹਾਨੂੰ ਵੋਟਾਂ ਪਾ ਦੇਣਗੇ। ਤੇ ਜੇ ਇਹੋ ਕੁਝ ਕਰਨਾ ਜੋ ਤੁਸੀਂ ਕਰਦੇ ਪਏ ਜੇ, ਤੇ ਫਿਰ ਇਹੋ ਜਿਹੀ ਬਰਾਤ ਜਿਹੜੀ ਰੋਂਦੀ ਆਪਸ ਵਿੱਚ ਜੁੰਡੀ ਹੁੰਦੀ, ਜਿਹੜੇ ਉਹ ਪੂਰੀਆਂ ਨਹੀਂ ਪਾ ਕੇ ਮੁੜਦੀ ਹੁੰਦੀ। ਇਸ ਪਾਸੇ ਧਿਆਨ ਦਿਓ। ਪਰ ਸਾਹਿਬ ਉਹਦਾ ਸੋਚਣ ਦੀ ਗੱਲ ਤਾਂ ਇਹ ਵੀ ਹੈ, ਜਿਹੜੀਆਂ ਕਮੇਟੀਆਂ ਬਣਾਈਆਂ ਸੀ, ਸਕਰੀਨਿੰਗ ਕਮੇਟੀ ਅਲੱਗ ਸੀ, ਮੈਨੀਫੈਸਟੋ ਕਮੇਟੀ ਅਲੱਗ ਸੀ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਤਾਂ ਫਿਰ ਕਰਨਗੇ ਕੀ? ਉਹ ਜਦੋਂ ਇੱਕ ਦੂਸਰੇ ਪੈਰ ਮਿੱਧਣੇ ਸ਼ੁਰੂ ਕਰ ਦਿੱਤੇ, ਸਕਰੀਨਿੰਗ ਕਮੇਟੀਆਂ ਤਾਂ ਬਸਤੇ 'ਚ ਰਹਿ ਗਈਆਂ ਵਿਚਾਰੀਆਂ। ਉਹਨਾਂ ਦੀ ਤਾਂ ਆਪਣੀ ਸਕਰੀਨਿੰਗ ਹੁੰਦੀ ਪਈ ਹੈ ਕਿ ਫਲਾਨਾ 'ਚ ਕਿਉਂ ਪਾਇਆ ਤੇ ਫਲਾਨਾ ਕਿਉਂ ਨਹੀਂ ਪਾਇਆ। ਜਿਹੜੇ ਦਿੱਲੀ 'ਚ ਬੈਠੀ ਬੀਬੀ ਪ੍ਰਧਾਨ ਬਣਾਈ ਇਹਨਾਂ ਨੇ, ਉਹਨੂੰ, ਉਹਦੇ ਪੁੱਤਰ ਨੂੰ, ਉਹਦੀ ਧੀ ਨੂੰ, ਉਹਨਾਂ ਨੂੰ ਪੁੱਛਦਾ ਕੌਣ ਹੈ? ਇੱਕ ਪੁਰਾਣੇ ਜ਼ਮਾਨੇ ਦੇ ਮੰਨਦੇ ਹੁੰਦੇ ਸੀ ਹੰਨੇ ਦੀ ਮੀਰੀ, ਯਾਨੀ ਇੱਕ ਪਿੰਡ ਦਾ ਰਾਜਾ ਬਣਿਆ ਫਿਰਦਾ। ਇੱਥੇ ਕਾਂਗਰਸ ਦੇ ਵਿੱਚ ਵੀ ਹੰਨੇ ਦੀ ਮੀਰੀ ਹੈ। ਜਿੱਥੇ ਕੋਈ ਹੈਗਾ ਉਹ ਕਹਿੰਦਾ ਅਸੀਂ ਪ੍ਰਧਾਨ ਆ ਜੀ। ਇਹ ਸਾਰੇ ਪ੍ਰਧਾਨ ਨੇ, ਉਹਨੂੰ ਕੌਣ ਪੁੱਛਦਾ? ਅਗਲੀ ਖਬਰ ਵੱਲ ਚੱਲਦੇ ਪੰਨੂ ਸਾਹਿਬ। ਕਾਲੀਚਰਨ ਮਹਾਰਾਜ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਮਹਾਤਮਾ ਗਾਂਧੀ ਬਾਰੇ ਉਹਨੇ ਬੜੀਆਂ ਗਲਤ ਟਿੱਪਣੀਆਂ ਕੀਤੀਆਂ ਸੀਗੀਆਂ। ਉਹਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਆ? ਕਿਉਂਕਿ ਲੋਕ ਵੱਖ-ਵੱਖ ਰਾਏ ਰੱਖਦੇ ਪਏ ਆ। ਦੇਖੋ ਨਵਜੀਤ, ਮੈਂ ਪਹਿਲਾਂ ਕਲੀਅਰ ਕਰਦਾ ਜੀ। ਮੈਂ ਭਗਤ ਸਿੰਘ ਤੇ ਕਰਤਾਰ ਸਿੰਘ ਸਰਾਭੇ ਤੇ ਗਦਰੀ ਬਾਬਿਆਂ ਨੂੰ ਵੱਧ ਸਤਿਕਾਰ ਦੇਣ ਵਾਲਿਆਂ ਚੋਂ ਹਾਂ ਜੀ। ਮੈਂ ਮਹਾਤਮਾ ਗਾਂਧੀ ਦਾ ਉਪਾਸ਼ਕ ਨਹੀਂ। ਪਰ ਮਹਾਤਮਾ ਗਾਂਧੀ ਨੂੰ ਬਿਲਕੁਲ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚੋਂ ਖਾਰਜ ਵੀ ਨਹੀਂ ਕੀਤਾ ਜਾ ਸਕਦਾ। ਜੀ। ਉਹਦੀ ਇੱਕ ਆਪਣੀ ਭੂਮਿਕਾ ਸੀ। ਅੱਜ ਜਿਹੜੇ ਲਗਜ਼ੀਆਂ ਕਾਰਾਂ ਤੇ ਤੁਰੇ ਫਿਰਦੇ ਨੇ, ਆਲੀਸ਼ਾਨ ਮਹਿਲਾਂ 'ਚ, ਭਵਨਾਂ 'ਚ ਠਹਿਰ ਕੇ ਕਹਿੰਦੇ ਅਸੀਂ ਸੰਤ ਹਾਂ, ਇਹ ਉਹ ਸਾਬਰਮਤੀ ਵਾਲੇ ਸੰਤ ਦਾ ਮੁਕਾਬਲਾ ਕਰ ਸਕਦੇ ਜਿਹੜਾ ਸਰਦੀਆਂ ਦੇ ਵਿੱਚ ਵੀ ਇੱਕ ਲੰਗੋਟੀ ਬੰਨ੍ਹ ਕੇ ਤੁਰਿਆ ਫਿਰਦਾ ਸੀ, ਜਿਹੜਾ ਪੈਦਲ ਹੀ ਤੁਰਿਆ ਜਾਂਦਾ ਸੀ, ਇੰਨੇ ਕਿਲੋਮੀਟਰ ਤੁਰਿਆ ਜਾਂਦਾ ਸੀ, ਔਰ ਸਧਾਰਨ ਬੰਦਾ ਨਹੀਂ ਸੀ, ਵਲਾਇਤ ਤੋਂ ਪੜ੍ਹਿਆ ਵਕੀਲ ਸੀ, ਜਿਹਨੇ ਭਾਰਤ ਵਿੱਚ ਵੀ ਡਾਂਡੀ ਮਾਰਚ ਕੀਤਾ, ਨੀਲ ਸੱਤਿਆਗ੍ਰਹਿ ਕੀਤਾ। ਉਹ ਕਿੱਥੇ ਅਫਰੀਕਾ 'ਚ ਜਾ ਕੇ ਨਸਲਵਾਦ ਦੇ ਖਿਲਾਫ ਲੜਾਈ ਲੜੀ, ਸਟੇਸ਼ਨ ਤੇ ਇਕੱਲਾ ਹੀ ਸੱਤਿਆਗ੍ਰਹਿ ਕਰਕੇ ਬਹਿ ਗਿਆ ਸੀ। ਉਹਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਸਾਡੇ ਮਤਭੇਦ ਆ। ਜੀ। ਸੁਭਾਸ਼ ਚੰਦਰ ਬੋਸ ਨੂੰ ਜਿਵੇਂ ਉਹਨੇ ਲਹਿਰ ਤੋਂ ਪਾਸੇ ਕਰਨ ਦਾ ਯਤਨ ਕੀਤਾ, ਮੈਂ ਗਲਤ ਮੰਨਦਾ। ਪਰ ਇਹ ਜਿੰਨੇ ਕੁ ਹਿੰਦੂ ਸੰਤ ਨਹੀਂ, ਇਹਨਾਂ ਨੂੰ ਕਹਿਣਾ ਚਾਹੀਦਾ ਹਿੰਦੂ ਤਬ ਵਾਲੇ ਸੰਤ ਹੈ, ਇਹਨਾਂ ਸਾਰਿਆਂ ਨੂੰ ਮਹਾਤਮਾ ਗਾਂਧੀ ਬੁਰਾ ਲੱਗਦਾ। ਇਹਨਾਂ ਨੂੰ ਸਾਵਰਕਰ ਚੰਗਾ ਲੱਗਦਾ, ਜਿਹਨੇ ਅੰਗਰੇਜ਼ਾਂ ਤੋਂ ਮਾਫੀ ਮੰਗੀ ਸੀ। ਉਹਦੇ ਬਾਰੇ ਸਫਾਈਆਂ ਦਿੰਦੇ ਜੀ ਉਹਨੇ ਮਹਾਤਮਾ ਗਾਂਧੀ ਦੇ ਕਹਿਣ ਤੇ ਮਾਫੀ ਮੰਗੀ ਸੀ। ਮਹਾਤਮਾ ਗਾਂਧੀ ਤਾਂ ਉਦੋਂ ਇੱਥੇ ਹੀ ਨਹੀਂ ਸੀ, ਉਦੋਂ ਤਾਂ ਜੀ ਆਪੋ ਮਿਲੇ ਹੀ ਨਹੀਂ ਸੀ ਜਦੋਂ ਉਹਨੇ ਮਾਫੀ ਮੰਗ ਲਈ ਸੀ। ਉਹ ਇਹਨਾਂ ਨੂੰ ਚੰਗਾ ਲੱਗਦਾ। ਇਹ ਜਿੱਦਾਂ ਦੀਆਂ ਸੁਰਾਂ ਕੱਢਦੇ ਨੇ, ਜਿੱਦਾਂ ਦੀ ਬੋਲੀ ਬੋਲਦੇ ਨੇ, ਉਹ ਗਲਤ ਹੈ। ਆਖਿਰਕਾਰ ਮਹਾਤਮਾ ਗਾਂਧੀ ਦੇ ਵਿੱਚ ਕੋਈ ਗੁਣ ਤਾਂ ਹੈਗਾ ਸੀ ਕਿ ਦੁਨੀਆ ਭਰ ਦੇ ਦੇਸ਼ਾਂ 'ਚ ਜਦੋਂ ਅਮਨ ਦੀ ਗੱਲ ਚੱਲਦੀ ਹੈ ਤਾਂ ਮਹਾਤਮਾ ਗਾਂਧੀ ਦਾ ਨਾਂ ਲਿਆ ਜਾਂਦਾ। ਜੀ। ਦੁਨੀਆ ਦੇ ਵਿੱਚ ਨਸਲਵਾਦ ਦੇ ਖਿਲਾਫ ਜੇ ਕਿਸੇ ਨੇ ਸਭ ਤੋਂ ਵੱਧ ਲੜਾਈ ਲੜੀ, 27 ਸਾਲ ਤੋਂ ਵੱਧ ਜਿਹੜਾ ਬੰਦਾ ਜੇਲ੍ਹ 'ਚ ਰਿਹਾ, ਉਹਦਾ ਨਾਮ ਨੈਲਸਨ ਮੰਡੇਲਾ ਸੀ। ਜਦੋਂ ਨਸਲਵਾਦ ਦੇ ਖਿਲਾਫ ਲੜਾਈ ਉਹ ਜਿੱਤਿਆ ਤੇ ਉਹ ਬਾਹਰ ਆਇਆ ਤੇ ਉਹਨੂੰ ਪੁੱਛਿਆ ਗਿਆ ਕਿ ਇੰਨੇ ਲੰਮੇ ਸੰਘਰਸ਼ ਦੀ ਪ੍ਰੇਰਨਾ ਤੈਨੂੰ ਕਿੱਥੋਂ ਮਿਲੀ? ਕਹਿੰਦਾ ਮਹਾਤਮਾ ਗਾਂਧੀ ਤੋਂ। ਇਹ ਇਹੋ ਜਿਹੇ ਜਿਹੜੇ ਅਸਾਧ ਨੇ, ਤੁਰੇ ਫਿਰਦੇ ਜਿੱਥੇ ਮਰਜ਼ੀ ਚਾਰ ਕੇ ਚੇਲੇ ਚਾਂਟੇ ਇਕੱਠੇ ਕਰਕੇ ਬੇਗਾਨੇ ਸਿਰੋਂ ਰੋਟੀਆਂ ਖਾ ਲੈਣੀਆਂ ਤੇ ਆ ਕੇ ਸਟੇਜਾਂ ਦੇ ਉੱਤੇ ਇਹੋ ਜਿਹਾ ਪੁੱਠਾ ਸਿੱਧਾ ਬੋਲਣਾ, ਇਹ ਮਹਾਤਮਾ ਗਾਂਧੀ ਦਾ ਮੁਕਾਬਲਾ ਨਹੀਂ ਕਰ ਸਕਦੇ। ਪਰ ਇਹ ਆਪ ਨਹੀਂ ਬੋਲਦੇ। ਜਿੱਦਾਂ ਉਹ ਗਾਣਾ ਨਾ, ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ। ਜੀ। ਇਹਨਾਂ ਦੇ ਪਿੱਛੇ ਖੜਾ ਇੱਕ ਸੰਗਠਨ ਬੋਲਦਾ। ਉਹ ਸੰਗਠਨ ਨਾਲ ਤੋਂ ਇਹੋ ਜਿਹੀਆਂ ਗੱਲਾਂ ਬੁਲਵਾਉਂਦਾ। ਜਦੋਂ ਸਾਧਵੀ ਪ੍ਰਗਿਆ ਨੇ ਪਾਰਲੀਮੈਂਟ ਚੋਣਾਂ ਦੌਰਾਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਵਿੱਚ ਮਹਾਤਮਾ ਗਾਂਧੀ ਬਾਰੇ ਬਹੁਤ ਪੁੱਠਾ ਸਿੱਧਾ ਬੋਲਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ ਸੀ ਮੈਂ ਇਸ ਕੋ ਮੁਆਫ ਨਹੀਂ ਕਰੂੰਗਾ, ਤੇ ਮੁਆਫ ਨਹੀਂ ਕੀਤਾ ਤੇ ਕੀ ਕਰਤਾ ਸੀ? ਬਹੁਤ ਅਹਿਮ ਪਾਰਲੀਮੈਂਟਰੀ ਕਮੇਟੀ ਸੀ ਫੌਜਾਂ ਬਾਰੇ, ਡਿਫੈਂਸ ਬਾਰੇ, ਉਹਦੀ ਉਹਨੇ ਮੈਂਬਰ ਬਣਾ ਦਿੱਤਾ ਸੀ। ਉਹ ਅੱਜ ਵੀ ਪੁੱਠਾ ਬੋਲਦੀ ਹੈ। ਜਿਹੜੀ ਸਾਧਵੀ ਨਿਰੰਜਨ ਜੋਤੀ ਨੇ ਦਿੱਲੀ ਦੇ ਚੋਣ ਜਲਸੇ 'ਚ ਖਲੋ ਕੇ ਆਖਿਆ ਸੀ ਜਿਹੜੇ ਭਗਵਾਨ ਰਾਮ ਨੂੰ ਮੰਨਦੇ ਆ ਉਹ ਰਾਮਜ਼ਾਦੇ ਆ, ਤੇ ਬਾਕੀ ਸਾਰਿਆਂ ਦੇ ਨਾਲ ਹਾਹਾ ਲਾ ਕੇ ਅਗਲਾ ਲਫ਼ਜ਼ ਬੋਲਤਾ ਸੀ। ਜੀ। ਉਹ ਇੱਕ ਔਰਤ ਹੋਵੇ, ਪਾਰਲੀਮੈਂਟ ਮੈਂਬਰ ਹੋਵੇ, ਕੇਂਦਰ ਦੀ ਮੰਤਰੀ ਹੋਵੇ, ਔਰ ਸਾਧਵੀ ਹੋਵੇ, ਸੰਤਨੀ ਹੋਵੇ, ਤੇ ਇਸ ਤਰ੍ਹਾਂ ਦੀ ਭਾਸ਼ਾ ਵਰਤੇ,
ਪਾਰਲੀਮੈਂਟ 'ਚ ਉਹਨੂੰ ਮਾਫੀ ਮੰਗਣੀ ਪਵੇ, ਫਿਰ ਵੀ ਕੇਂਦਰੀ ਮੰਤਰੀ ਬਣੀ ਰਹੇ। ਇਸ ਕਰਕੇ ਬਣੀ ਰਹਿੰਦੀ ਹੈ ਕਿ ਉਹਦੇ ਪਿੱਛੇ ਕੋਈ ਤਾਕਤ ਹੈ ਜਿਹੜੀ ਕਹਿੰਦੀ ਖਬਰਦਾਰ ਇਹਨੂੰ ਹਿਲਾਇਤ। ਉਹ ਜੋ ਕੁਛ ਹੁੰਦਾ ਪਿਆ ਇਹ ਸੁੱਤੇ ਸਿੱਧ ਨਹੀਂ ਹੋ ਰਿਹਾ, ਇਹ ਸਹਿਜ ਸੁਭਾਅ ਨਹੀਂ ਹੋ ਰਿਹਾ, ਇਹਦੇ ਪਿੱਛੇ ਕੁਝ ਲੋਕ ਹੋਰ ਨੇ। ਇਹਨਾਂ ਲੋਕਾਂ ਦੀ ਜਿਹੜੀ ਭਾਵਨਾ ਉਹਨੂੰ ਇਹ ਤੋਂ ਸਮਝਣਾ ਚਾਹੀਦਾ ਕਿ ਅੱਜ ਕਾਲੀਚਰਨ ਨੂੰ ਗ੍ਰਿਫਤਾਰ ਕੀਤਾ ਗਿਆ। ਛੱਤੀਸਗੜ੍ਹ ਦੀ ਪੁਲਿਸ ਜਾ ਕੇ ਗ੍ਰਿਫਤਾਰ ਕਰ ਲਿਆ ਜਿੱਥੇ ਉਹਨੇ ਭਾਸ਼ਣ ਕੀਤਾ ਸੀ। ਮੱਧ ਪ੍ਰਦੇਸ਼ 'ਚੋਂ ਗ੍ਰਿਫਤਾਰ ਕਰਕੇ ਲਿਆਈ, ਲੋਕਲ ਪੁਲਿਸ ਨੂੰ ਦੱਸ ਕੇ ਆਈ, ਤੇ ਮੱਧ ਪ੍ਰਦੇਸ਼ ਦੇ 2 ਮੰਤਰੀ ਬਹੁਤ ਭੜਕੇ ਆ ਕਿ ਉਹਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ। ਹੁੰਦਾ ਕੌਣ ਹੈ? ਸਾਡੇ ਪੂਰਨ ਸੰਤ ਨੇ। ਪੂਰਨ ਸੰਤ ਨੇ? ਸੰਤਗਿਰੀ ਵਾਲੀ ਕਿਹੜੀ ਭਾਸ਼ਾ ਬੋਲਦੇ ਹੋ? ਉਹ ਤਾਂ ਅੱਗ ਉਗਲਾਸ਼ਦੇ ਫਿਰਦੇ। ਜਿਹੜੇ ਇਹੋ ਜਿਹੇ ਨੇ ਅੱਗ ਉਗਲਾਸ਼ਣ ਵਾਲਾ ਸੰਤ ਅੱਜ ਇੱਥੇ ਹੈ, ਭਲਕੇ ਉੱਥੇ ਜਾ ਕੇ ਕਿਤੇ ਅੱਗ ਲਾਉਣਗੇ। ਜਿਹੜਾ ਇਹੋ ਜਿਹਾ ਸੰਤ ਅੱਗ ਉਗਲਾਸ਼ਦਾ ਫਿਰਦਾ ਹੋਵੇ, ਕੋਈ ਹਰਿਦੁਆਰ 'ਚ ਧਰਮ ਸੰਸਦ ਕਰਕੇ ਲੋਕਾਂ ਨੂੰ ਮਾਰਨ ਤੇ ਮਰਨ ਦੀ ਸਹੁੰ ਚੁਕਾਉਂਦਾ ਪਿਆ ਹੋਵੇ ਜੀ, ਉਹ ਜਿੰਨੇ ਵੀ ਨੇ, ਇਹਨਾਂ ਦੇ ਬਾਰੇ ਕੋਈ ਨਾ ਕੋਈ ਪ੍ਰਬੰਧ ਕਰਨਾ ਪਵੇਗਾ। ਨਹੀਂ ਤੇ ਜੇ ਦੇਸ਼ ਦੀ ਧਰਮ ਨਿਰਪੱਖਤਾ ਨਾ ਬਚੀ ਤੇ ਫਿਰ ਦੇਸ਼ ਦੀ ਏਕਤਾ ਅਖੰਡਤਾ ਵੀ ਇੱਕਦਮ ਸ਼ਾਂਤਮਈ ਢੰਗ ਨਾਲ ਨਹੀਂ ਬਚ ਸਕਣੀ। ਇਸ ਦੇਸ਼ ਨੇ ਅੱਗੇ ਵਧਣਾ ਤੇ ਇਹੋ ਜਿਹੀਆਂ ਜਿਹੜੀਆਂ ਕਸੈਲੀਆਂ ਸੁਰਾਂ ਉਹ ਰੁਕਣੀਆਂ ਪੈਣਗੀਆਂ। ਕੁਝ ਤਾਕਤਾਂ ਜੋ ਦੇਸ਼ ਨੂੰ ਤੋੜਨ ਦਾ ਯਤਨ ਕਰ ਰਹੀਆਂ ਨੇ, ਮਿਲ ਕੇ ਲੜਨਾ ਪੈਣਾ ਹੈ। ਪੰਨ ਸਾਹਿਬ, ਓਮਿਕਰੋਨ ਦੀ ਗੱਲ ਵੀ ਜ਼ਰੂਰ ਕਰਨੀ ਹੈ ਕਿਉਂਕਿ ਦੇਸ਼ ਵਿੱਚ ਓਮਿਕਰੋਨ ਦੇ ਮਾਮਲੇ ਵੱਧਦੇ ਜਾ ਰਹੇ ਹੈ। ਪੰਜਾਬ ਵਿੱਚ ਵੀ ਇੱਕ ਕੇਸ ਆ ਗਿਆ, ਹਾਲਾਂਕਿ ਕਹਿੰਦੇ ਪਹਿਲਾਂ ਰਿਪੋਰਟ ਪੋਜ਼ਿਟਿਵ ਸੀ, ਬਾਅਦ 'ਚ ਨੈਗੇਟਿਵ ਆ ਗਈ ਹੈ। ਕਿਵੇਂ ਦੇਖਦੇ ਆ? ਦੇਖੋ, ਪਹਿਲਾਂ ਪੋਜ਼ਿਟਿਵ ਸੀ ਜੀ, ਉਹਦਾ ਇਲਾਜ ਚੱਲਦਾ ਰਿਹਾ, ਇਲਾਜ ਚੱਲਦੇ ਨਾਲ ਹੌਲੀ ਹੌਲੀ ਉਹ ਨੈਗੇਟਿਵ ਰਿਪੋਰਟ ਆ ਗਈ, ਆਪਣੇ ਘਰ ਚਲਾ ਗਿਆ। ਪਹਿਲਾਂ ਪਤਾ ਨਹੀਂ ਲੱਗਾ। ਬੰਦਾ ਉਹ ਸਪੇਨ ਤੋਂ ਆਇਆ ਸੀ। ਸਾਡੇ ਪੰਜਾਬ ਦੇ ਵਿੱਚ ਪਹਿਲਾ ਕੇਸ ਹੈ। ਚੰਡੀਗੜ੍ਹ 'ਚ ਸ਼ਾਇਦ ਹੁਣ ਤੱਕ 3 ਹੋ ਚੁੱਕੇ, ਆਂਢ ਗੁਆਂਢ ਦੇ ਸਾਰੇ ਰਾਜਾਂ 'ਚ ਹੋ ਗਏ, ਦਿੱਲੀ 'ਚ ਬਹੁਤ ਹੋ ਗਏ ਜੀ, ਮਹਾਰਾਸ਼ਟਰ ਕਰਨਾਟਕਾ 'ਚ ਬਹੁਤ ਹੋ ਗਏ ਨੇ, ਉਹਨਾਂ ਸਾਰੇ 'ਚ ਬਹੁਤ ਨੇ। ਸਾਡਾ ਪੰਜਾਬ ਕੱਲ੍ਹ ਤੱਕ ਬਚਿਆ ਸੀ। ਕੱਲ੍ਹ ਪਹਿਲਾ ਕੇਸ ਹੈ ਜਿਹਦੀ ਪੁਸ਼ਟੀ ਹੋਈ ਹੈ। ਇਹਦੇ ਨਾਲ ਚਿੰਤਾ ਪੈਦਾ ਹੁੰਦੀ ਹੈ ਕਿਉਂਕਿ ਉਹ ਨਵੇਂ ਸ਼ਹਿਰ ਜ਼ਿਲ੍ਹੇ ਦਾ, ਇਸ ਕਰਕੇ ਕਈਆਂ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ। ਉਦੋਂ ਜੀ ਕਰੋਨਾ ਦਾ ਪਹਿਲਾ ਕੇਸ ਵੀ ਨਵੇਂ ਸ਼ਹਿਰ ਜ਼ਿਲ੍ਹੇ 'ਚੋਂ ਆਇਆ ਸੀ, ਬਿਲਕੁਲ ਆਇਆ ਸੀ। ਪਠਲਾਵੇ ਪਿੰਡ ਦਾ ਗਿਆਨੀ ਬਲਦੇਵ ਸਿੰਘ ਸੀ, ਇਟਲੀ ਤੋਂ ਆਇਆ ਸੀ। ਉਹਦੇ ਮੁੱਦੇ ਨੂੰ ਚੁੱਕ ਕੇ ਗੁੱਸਾ ਕਰਨ, ਇਤਰਾਜ਼ ਕਰਨ ਵਾਲਿਆਂ ਦੇ ਵਿੱਚ ਬਾਕੀ ਇਕੱਲੇ ਨਹੀਂ, ਮੈਂ ਵੀ ਸਾਂ, ਅਸੀਂ ਕੀਤਾ ਸੀ। ਪਰ ਸਾਡਾ ਇਤਰਾਜ਼ ਪ੍ਰਸ਼ਾਸਨ 'ਤੇ ਸੀ, ਤੁਸੀਂ ਵੇਲੇ ਸਿਰ ਕਿਉਂ ਨਾ ਕੀਤਾ। ਸਾਡਾ ਇਤਰਾਜ਼ ਉਸ ਗਿਆਨੀ ਬਲਦੇਵ ਸਿੰਘ 'ਤੇ ਸੀ ਕਿ ਵੇਲੇ ਸਿਰ ਉਹਨੇ ਜੇ ਇਸ ਗੱਲ ਦੀ ਸੂਚਨਾ ਦਿੱਤੀ ਹੁੰਦੀ, ਚੌਕਸੀ ਰੱਖੀ ਹੁੰਦੀ, ਬਿਮਾਰੀ ਨਾ ਵੱਧਦੀ। ਪਰ ਜਿਹੜੇ ਢੰਗ ਨਾਲ ਉਸ ਮੁੱਦੇ ਨੂੰ ਘੁਮਾ ਕੇ ਪਠਲਾਵਾ ਪਿੰਡ ਪੂਰੇ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਗਿਆ, ਅਸੀਂ ਉਹਦੇ 'ਚ ਸ਼ਾਮਲ ਨਹੀਂ ਸਾਂ ਜੀ। ਹੁਣ ਇਹ ਕਹਿਣਾ ਕਿ ਉਹ ਕੇਸ ਨਵੇਂ ਸ਼ਹਿਰ ਜ਼ਿਲ੍ਹੇ ਸੀ, ਇਹ ਵੀ ਕੇਸ ਨਵੇਂ ਸ਼ਹਿਰ ਜ਼ਿਲ੍ਹੇ 'ਚ, ਇਹਦਾ ਮਤਲਬ ਨਵਾਂ ਸ਼ਹਿਰ ਜ਼ਿਲ੍ਹਾ ਕੋਈ ਕਲੰਕਿਤ ਹੋ ਗਿਆ। ਨਵਾਂ ਸ਼ਹਿਰ ਕੋਈ ਜ਼ਿਲ੍ਹਾ ਨਹੀਂ, ਜ਼ਿਲ੍ਹੇ ਦਾ ਨਾਂ ਸ਼ਹੀਦ ਭਗਤ ਸਿੰਘ ਨਗਰ ਹੈ ਜੀ। ਉਸ ਜ਼ਿਲ੍ਹੇ ਬਾਰੇ ਜਿਹੜੇ ਰਿਮਾਰਕਸ ਦਿੱਤੇ ਜਾ ਰਹੇ, ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਉਹ ਚੰਗੀਆਂ ਨਹੀਂ। ਹਕੀਕਤਾਂ ਨੂੰ ਸਮਝਣਾ ਚਾਹੀਦਾ। ਜੇ ਅਮਰੀਕਾ ਵਰਗੇ ਦੇਸ਼ ਵਿੱਚ ਇੱਕ ਦਿਨ 'ਚ 1.5 ਲੱਖ ਤੋਂ ਵੱਧ ਕੇਸ ਮਿਲਦੇ ਆ, ਜੇ ਫਰਾਂਸ ਦੇ ਵਿੱਚ ਇੱਕ ਦਿਨ 'ਚ 4 ਲੱਖ ਤੋਂ ਵੱਧ ਕੇਸ ਮਿਲੇ ਆ, ਅਸੀਂ ਫਰਾਂਸ ਤੇ ਅਮਰੀਕਾ ਨਾਲੋਂ ਵੱਧ ਵਿਕਸਿਤ ਦੇਸ਼ ਤੇ ਹੈ ਨਹੀਂ ਗੇ ਨਾ। ਇੱਥੇ ਵੀ ਮਿਲ ਰਿਹਾ। ਬਿਮਾਰੀ ਦਾ ਮੁਕਾਬਲਾ ਕਰਨਾ ਚਾਹੀਦਾ ਕੌਮੀ ਪੱਧਰ ਦੇ ਉੱਤੇ ਵੀ, ਪੰਜਾਬ ਪੱਧਰ ਦੇ ਉੱਤੇ ਵੀ ਜੀ। ਪਰ ਇੱਕ ਦੂਸਰੇ ਨੂੰ ਦੋਸ਼ੀ ਠਹਿਰਾਉਣ ਦਾ ਅਮਲ ਇੱਥੋਂ ਨਹੀਂ ਸ਼ੁਰੂ ਕਰਨਾ ਚਾਹੀਦਾ। ਇਹ ਜੀ ਜਦੋਂ ਮਿਲਦਾ ਨਵੇਂ ਸ਼ਹਿਰ 'ਚੋਂ ਮਿਲਦਾ। ਨਵੇਂ ਸ਼ਹਿਰ ਜ਼ਿਲ੍ਹਾ ਕੋਈ ਕਲੰਕਿਤ ਜ਼ਿਲ੍ਹਾ ਨਹੀਂ ਗਾ, ਸਤਿਕਾਰਯੋਗ ਜ਼ਿਲ੍ਹਾ। ਨਵੇਂ ਸ਼ਹਿਰ ਦੇ ਲੋਕਾਂ ਨੇ ਮਾਣ ਵਧਾਇਆ ਜਦੋਂ ਕਰੋਨਾ ਤੋਂ ਮੁਕਤ ਹੋਣ ਲੱਗੇ। ਉਦੋਂ ਵੀ ਸਭ ਤੋਂ ਪਹਿਲਾਂ ਜਿਹੜਾ ਜ਼ਿਲ੍ਹਾ ਮੁਕਤ ਹੋਇਆ ਉਹ ਨਵਾਂ ਸ਼ਹਿਰ ਹੀ ਸੀ ਜੀ। ਉਹਨਾਂ ਤੋਂ ਅਕਲ ਵੀ ਸਿੱਖਣੀ ਚਾਹੀਦੀ ਹੈ। ਹੁਣ ਜੋ ਹੋਇਆ ਉਹ ਗਲਤ ਹੋਇਆ, ਅੱਗੇ ਤੋਂ ਸਾਰਿਆਂ ਨੂੰ ਸੰਭਲ ਕੇ ਚੱਲਣਾ ਚਾਹੀਦਾ। ਨਾਲ ਇਹ ਹੈ ਕਿ ਪਿਛਲੀ ਵਾਰੀ ਕੌਮੀ ਪੱਧਰ ਦੇ ਉੱਤੇ ਇੱਕ ਸਮੱਸਿਆ ਆਈ ਸੀ, ਉਧਰੋਂ ਉੱਥੇ ਸਮੱਸਿਆ ਵੱਧ ਗਈ। ਉਧਰੋਂ 5 ਰਾਜਾਂ ਦੀਆਂ ਚੋਣਾਂ ਚੱਲ ਪਈਆਂ, ਉਹਨਾਂ ਦੇ ਵਿੱਚ ਪੱਛਮੀ ਬੰਗਾਲ ਵੀ ਸੀ, ਉਹਨਾਂ 'ਚ ਕੇਰਲਾ ਵੀ ਸੀ, ਤਾਮਿਲਨਾਡੂ ਵੀ ਸੀ, ਇਹ ਸਾਰੇ ਸਨ। ਸਾਰਾ ਧਿਆਨ ਕਿਉਂਕਿ ਪੱਛਮੀ ਬੰਗਾਲ 'ਤੇ ਸੀ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਸਰਕਾਰ ਸੰਭਾਲਣ ਵਾਲਾ ਕੰਮ ਭੁਲਾਤਾ ਤੇ ਡੋਨਲਡ ਟਰੰਪ ਵਰਗਾ ਨਵਾਂ ਜਹਾਜ਼ ਮਿਲਿਆ ਸੀ। ਉਹ ਨਵੇਂ ਦਾ ਚਾਅ ਵੀ ਹੁੰਦਾ ਝੂਟੇ ਲੈਣ ਦਾ। ਵੈਸੇ ਆ ਉਮਰ ਤਾਂ ਹੈ ਨਹੀਂ ਇਹੋ ਜਿਹੇ ਝੂਟਿਆਂ ਦੇ ਚਾਅ ਵਾਲੀ ਜੀ। ਪਰ ਸਾਡੇ ਪ੍ਰਧਾਨ ਮੰਤਰੀ ਨੂੰ ਝੂਟਿਆਂ ਦਾ ਚਾਅ ਕੁਝ ਜਾਪਦਾ, ਉਸੇ ਪਾਸੇ ਲੱਗੇ ਰਹੇ। ਉਹਨਾਂ ਨੇ ਕੀ ਕੀਤਾ ਕਿ ਘੁਮਾਣੀਆਂ ਉਧਰ ਦਿੰਦੇ ਰਹੇ। ਦਿੱਲੀ ਦੇਸ਼ ਦੀ ਰਾਜਧਾਨੀ ਦੇ ਵਿੱਚ ਵੀ ਕਹਿਰ ਮਚਿਆ ਰਿਹਾ। ਗੁਆਂਢ ਹਰਿਆਣੇ 'ਚ ਭਾਜਪਾ ਦੀ ਸਰਕਾਰ, ਉੱਥੇ ਵੀ ਗੁੜਗਾਉਂ ਦੇ ਵਿੱਚ
ਆਕਸੀਜਨ ਨਾ ਮਿਲੀ, ਲੋਕ ਮਰ ਗਏ। ਗੁਜਰਾਤ ਵਿੱਚ ਮੌਤਾਂ ਹੁੰਦੀਆਂ ਰਹੀਆਂ ਤੇ ਮੌਤਾਂ ਦਾ ਰਿਕਾਰਡ ਲੁਕਾਇਆ ਗਿਆ, ਤੇ ਦੇਸ਼ ਦੇ ਕੌਮੀ ਅਖਬਾਰਾਂ ਨੇ ਜਦੋਂ ਲਿਖਿਆ ਤੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ। ਜਿਹੜੀ ਗੰਗਾ ਕਦੇ ਸਾਫ਼ ਕਰਨੀ ਹੈ, ਉਹ 'ਚ ਸੈਂਕੜਿਆਂ ਦੀ ਗਿਣਤੀ 'ਚ ਲਾਸ਼ਾਂ ਜਿਹੜੀਆਂ ਸੀ ਕੰਢਿਆਂ ਤੇ ਪਈਆਂ ਰਹੀਆਂ, ਕੁੱਤੇ ਖਾਂਦੇ ਰਹੇ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੋਈ ਚਿੰਤਾ ਨਹੀਂ ਕੀਤੀ। ਅਸੀਂ ਸੁਣਦੇ ਹੁੰਦੇ ਸਾਂ, ਰੋਮ ਸੜਦਾ ਸੀ, ਨੀਰੋ ਬੰਸਰੀ ਵਜਾਉਂਦਾ ਸੀ। ਜੀ। ਇੱਥੇ ਦੇਸ਼ ਬਿਮਾਰੀ ਭੁਗਤਦਾ ਪਿਆ ਸੀ, ਪ੍ਰਧਾਨ ਮੰਤਰੀ ਬੰਗਾਲ ਤੇ ਕਬਜ਼ੇ ਦੀ ਲੜਾਈ ਲੜਦਾ ਪਿਆ ਸੀ। ਉਦੋਂ ਉਹ ਨੁਕਸਾਨ ਹੋਇਆ ਸੀ। ਉਹਦੇ ਤੋਂ ਸਬਕ ਸਿੱਖਣੇ ਚਾਹੀਦੇ ਆ ਕਿ ਜਿਹੜੀਆਂ ਗਲਤੀਆਂ ਪਿੱਛੇ ਹੋਈਆਂ ਉਹ ਇਸ ਵਾਰੀ ਨਾ ਹੋਣ, ਬਚਾਅ ਕੀਤਾ ਜਾਵੇ ਤੇ ਇਸ ਕਹਿਰ ਦੀ ਨਵੀਂ ਲਹਿਰ ਤੋਂ ਵੀ ਬਚਿਆ ਜਾ ਸਕਦਾ। ਤਾਂ ਸਾਹਿਬ ਗੱਲ ਬਿਲਕੁਲ ਠੀਕ ਹੈ, ਕਿਉਂਕਿ ਇਸ ਸਮੇਂ ਮਾਸਕ ਦੀ ਵਰਤੋਂ ਕਰਨਾ ਵੀ ਜ਼ਰੂਰੀ ਹੈ। ਓਮਿਕਰੋਨ ਦਾ ਖਤਰਾ ਵੱਧਦਾ ਪਿਆ। ਤੁਸੀਂ ਸਾਰੀਆਂ ਖਬਰਾਂ ਤੇ ਬਹੁਤ ਗਹਿਰਾਈ ਨਾਲ ਜਾਣਕਾਰੀ ਦਿੱਤੀ ਹੈ। ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਮੈਂ ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।